हाँ जी बेटा जी आप टॉपिक नंबर 5.6 करते पे सी फीमेल एथलीट ट्रेड्स आप शुरू करना अज अमेरिकन कॉलेज ऑफ स्पोर्ट्स मैडिसन दी वुमेन्स टास्क फोर्स द्वारा 1990 ਦੀ ਸ਼ੁਰੂਆਤ ਵਿੱਚ ਫੀਮੇਲ ਐਥਲੀਟ ਟ੍ਰੇਡ ਵਿੱਚ ਵੂਮਨਸ ਐਂਡ ਗਰਲਸ ਲਈ ਹੈਲਦੀ ਕੰਸਰਨ ਹੈ ਜਿਸ ਵਿੱਚ 3 ਡਿਸਟਿੰਕਟ ਐਂਡ ਰਿਲੇਸ਼ਨ ਕੰਡੀਸ਼ਨ ਇਨਵੋਲਵ ਹਨ। ਉਸ ਤੋਂ ਬਾਅਦ ਇਹਦਾ ਜਿਹੜਾ ਤਿੰਨ ਜਿਹੜੇ ਪਾਰਟ ਹੈਗੇ ਆ ਬੇਟਾ, ਪਹਿਲਾ ਹੈਗਾ ਜੀ ਆਸਟੋਪੋਰੋਸਿਸ। ਆਸਟੋਪੋਰੋਸਿਸ ਹੁੰਦਾ ਬੇਟਾ ਜਿਹਦੇ ਵਿੱਚ ਆਪਣੀਆਂ ਬੋਨਸ ਕਮਜ਼ੋਰ ਹੋ ਜਾਂਦੀਆਂ, ਵੀਕ ਹੋ ਜਾਂਦੀਆਂ, ਬ੍ਰਿਟਲ ਹੋ ਜਾਂਦੀਆਂ ਨੇ। ਸੈਕਿੰਡ ਹੈਗਾ ਬੇਟਾ ਐਮੀਨੋਰੀਆ। ਐਮੀਨੋਰੀਆ ਦੇ ਵਿੱਚ ਇਰੈਗੂਲਰ ਔਰ ਐਬਸੈਂਸ ਮੈਂਸੂਰੇਲ ਪੀਰੀਅਡ, ਜਿਹਦੇ ਵਿੱਚ ਮੈਂਸੂਰੇਸ਼ਨ ਪੀਰੀਅਡ ਜਿਹੜੇ ਟਾਈਮ 'ਤੇ ਨਹੀਂ ਆਉਂਦੇਗੇ, ਐਬਸੈਂਸ ਆ ਜਾਂਦੀ ਜਾਂ ਇਰੈਗੂਲਰ ਨਹੀਂ ਹੁੰਦੇਗੇ। ਥਰਡ ਹੁੰਦਾ ਜੀ ਈਟਿੰਗ ਡਿਸਆਰਡਰ, ਜਿਹਦੇ ਖਾਣ ਪੀਣ ਨਾਲ ਰਿਲੇਟਡ ਜਿਹੜੇ ਡਿਸਆਰਡਰਸ ਹੁੰਦੇ ਨੇ। ਹਾਂਜੀ ਬੇਟਾ, ਉੱਪਰ ਇੱਕ ਨਾ ਚਾਰਟ ਦਿੱਤਾ ਹੋਇਆ ਵਾ। ਉੱਪਰ ਤਸਵੀਰ ਵਿੱਚ ਵੂਮਨ ਐਥਲੀਟ ਟ੍ਰੇਡ ਸਪੈਕਟਰਮ ਨੂੰ ਦਰਸਾਇਆ ਗਿਆ ਹੈ। ਬਲੈਕ ਲਾਈਨਸ 3 ਕੰਪੋਨੈਂਟਸ ਵਿੱਚੋਂ ਹਰੇਕ ਦੇ ਸਪੈਕਟਰਮ ਨੂੰ ਰਿਪਰੈਜ਼ੈਂਟ ਕਰਦੀਆਂ ਹਨ ਐਂਡ ਰੈੱਡ ਐਂਡ ਗ੍ਰੀਨ ਟਰਾਇਐਂਗਲ ਦੁਆਰਾ ਐਕਸਟ੍ਰੀਮਸ ਨੂੰ ਸ਼ੋ ਕਰਦੀਆਂ ਹਨ। ਟੌਪ ਗ੍ਰੀਨ ਟਰਾਇੰਗਲ ਹੈਲਦੀ ਐਥਲੀਟ ਨੂੰ ਰਿਪਰੈਜ਼ੈਂਟ ਕਰਦਾ ਹੈ ਜਿਸ ਕੋਲ ਐਨਰਜੀ ਇਨਟੇਕ ਦਾ ਐਕਸਪੈਂਡੀਚਰ ਦਾ ਵਿੱਚ ਬੈਲੈਂਸ ਹੁੰਦਾ ਹੈ, ਪ੍ਰੋਪਰ ਬੈਲੈਂਸ ਹੁੰਦਾ ਇਹਦਾ। ਹਾਂਜੀ ਬੇਟਾ, ਇਸ ਕਰਕੇ ਉਹਨਾਂ ਕੋਲ ਇੱਕ ਨੋਰਮਲ ਮੈਂਸੂਰੇਸ਼ਨ ਸਾਈਕਲ ਐਂਡ ਇਹ ਬੋਨ ਮਿਨਰਲ ਡੈਂਸਿਟੀ ਹੈ ਜੋ ਐਥਲੀਟ ਦੀ ਏਜ ਲਈ ਐਵਰੇਜ ਸਭ ਤੋਂ ਉੱਪਰ ਹੈ। ਬੋਟਮ ਲੈਫਟ ਵਿੱਚ ਰੈੱਡ ਟਰਾਇਐਂਗਲ ਇੱਕ ਐਥਲੀਟ ਨੂੰ ਰਿਪਰੈਜ਼ੈਂਟ ਕਰਦਾ ਹੈ ਜਿਸ ਕੋਲ ਐਨਰਜੀ ਇਨਟੇਕ ਐਂਡ ਐਕਸਪੈਂਡੀਚਰ ਵਿਚਕਾਰ ਬੈਲੈਂਸ ਨਹੀਂ ਹੁੰਦਾ। ਠੀਕ ਹੈ ਬੇਟਾ, ਜੋ ਰਿਸਟ੍ਰਿਕਟਿਵ ਡਾਈਟਿੰਗ ਔਰ ਕਲੀਨਿਕਲ ਈਟਿੰਗ ਡਿਸਆਰਡਰ ਦਾ ਰਿਜ਼ਲਟ ਵੀ ਹੋ ਸਕਦਾ ਹੈ। ਇਹਦੇ ਨਾਲ ਇਹ ਪ੍ਰੋਬਲਮਸ ਆਪਾਂ ਨੂੰ ਆ ਸਕਦੀਆਂ ਨੇ। ਫੀਮੇਲ ਐਥਲੀਟ ਟ੍ਰੇਡ ਨੂੰ ਡਿਸਕ੍ਰਾਈਬ ਕਰਨ ਦੀਆਂ ਟਰਮਸ ਨੂੰ ਹੁਣ ਰਿਵਾਈਜ਼ਡ ਕੀਤਾ ਗਿਆ ਹੈ। ਅਕੋਰਡਿੰਗ ਟੂ ਅਮਰੀਕਨ ਕਾਲਜ ਆਫ ਸਪੋਰਟਸ ਮੈਡੀਸਨ ਫੀਮੇਲ ਐਥਲੀਟ ਟ੍ਰੇਡ ਨੂੰ ਇੱਕ ਮੈਡੀਕਲ ਕੰਡੀਸ਼ਨ ਵਜੋਂ ਡਿਸਕ੍ਰਾਈਬ ਕੀਤਾ ਗਿਆ ਹੈ ਜੋ ਐਨਰਜੀ ਦੀ ਅਵੇਲੇਬਿਲਿਟੀ, ਮੈਂਸੂਰਲ ਫੰਕਸ਼ਨਿੰਗ ਐਂਡ ਬੋਨ ਹੈਲਥ ਦੇ ਵਿਚਕਾਰ ਕੰਪਲੈਕਸ ਆਪਸੀ ਇੰਟਰੈਕਸ਼ਨ ਦੁਆਰਾ ਆਇਡੈਂਟੀਫਾਈ ਕੀਤਾ ਜਾਂਦਾ ਹੈ। ਅੱਗੇ ਆ ਗਿਆ ਜੀ 10 ਦ ਨਿਊ ਟਰਮਸ ਆਫ ਇੰਡੀਕੇਟ ਪ੍ਰੋਬਲਮਸ ਆਰ। ਪਹਿਲਾ ਹੈਗਾ ਜੀ ਲੋ ਐਨਰਜੀ ਅਵੇਲੇਬਿਲਿਟੀ ਵਿਦ ਔਰ ਵਿਦਾਊਟ ਈਟਿੰਗ ਡਿਸਆਰਡਰ, ਜਿਹਦੇ 'ਚ ਕੀ ਆ, ਲੋ ਐਨਰਜੀ ਰਹਿੰਦੀ ਆ। ਸੈਕਿੰਡ ਡਿਸਫੰਕਸ਼ਨ ਆਫ ਮੈਂਸੂਰੇਸ਼ਨ, ਜਿਹਦੇ ਵਿੱਚ ਮੈਂਸੂਰੇਸ਼ਨ ਜਿਹੜਾ ਸਰਕਲ ਹੁੰਦਾ ਵਾ ਉਹ ਡਿਸਫੰਕਸ਼ਨ ਹੋ ਜਾਂਦਾ ਵਾ। ਸੀ ਹੈਗਾ ਜੀ ਲੋ ਬੋਨ ਡੈਂਸਿਟੀ। ਇਹ ਚੇਂਜ ਰੈਲੀਵੈਂਟ ਸੀ ਕਿਉਂਕਿ ਇਹ ਸਾਰੇ 3 ਰਿਵਾਈਜ਼ਡ ਕੀਤੇ ਪ੍ਰੋਪਰ ਐਨਰਜੀ ਇਨਟੇਕ ਐਂਡ ਐਕਸਪੈਂਡੀਚਰ ਦੁਆਰਾ ਈਜ਼ਲੀ ਰਿਜ਼ੋਲਵਡ ਕੀਤੇ ਜਾ ਸਕਦੇ ਹਨ ਅਤੇ ਇਸ ਨੂੰ ਇਫੈਕਟਿਵ ਸਟ੍ਰੈਟਜੀ ਵਜੋਂ ਯੂਜ਼ ਕੀਤਾ ਜਾ ਸਕਦਾ ਹੈ। ਇਸ ਤਰ੍ਹਾਂ ਜੇ ਕੋਈ ਵਿਅਕਤੀ ਬਾਡੀ ਦੁਆਰਾ ਰਿਕੁਆਇਰਡ ਆਪਟੀਮਮ ਕੈਲਰੀਜ਼ ਲੈਂਦਾ ਹੈ ਜਿਸ ਵਿੱਚ ਫਿਜ਼ੀਕਲ ਐਕਟੀਵਿਟੀ ਲਈ ਰਿਕੁਆਇਰਡ ਐਨਰਜੀ ਐਂਡ ਬਾਡੀ ਫੰਕਸ਼ਨਸ ਲਈ ਰਿਕੁਆਇਰਡ ਐਨਰਜੀ ਇਨਕਲੂਡ ਹੁੰਦੀ ਹੈ ਤਾਂ ਰਿਜ਼ਲਟ ਦਾ ਪ੍ਰਮੋਸ਼ਨ ਹੁੰਦਾ ਹੈ। ਹੈਲਦੀ ਬੋਨਸ ਐਂਡ ਮੈਂਸੂਰੇਸ਼ਨ, ਨਾਰਮਲ ਫੰਕਸ਼ਨ, ਆਲ 3 ਕੰਪੋਨੈਂਟ ਆਪਸ ਵਿੱਚ ਇੰਟਰਲਿੰਕਡ ਹੁੰਦੇ ਹਨ। ਹੁਣ ਸਾਈਨ ਐਂਡ ਸਿੰਪਟਮਸ ਆ ਗਿਆ ਜੀ ਆਫ ਫੀਮੇਲ ਐਥਲੀਟ ਟ੍ਰੇਡ। ਪਹਿਲਾ ਹੈਗਾ ਜੀ ਜਨਰਲ ਵੀਕਨੈਸ, ਫਟੀਕ ਐਂਡ ਡਿਸਆਰਡਰਸ ਈਟਿੰਗ। ਹੁਣ ਇਹਦੇ ਵਿੱਚ ਇੱਕ ਤਾਂ ਵੀਕਨੈਸ ਆ ਜਾਂਦੀ ਹੈ, ਫਟੀਕ ਆ ਜਾਂਦੀ ਹੈ, ਟੁੱਟ ਭੱਜ ਥਕਾਵਟ ਜਿਹਨੂੰ ਕਹਿੰਦੇ ਆਪਾਂ। ਡਿਸਆਰਡਰ ਦ ਈਟਿੰਗ ਡਿਸਆਰਡਰਸ ਆ ਗਏ। ਸੈਕਿੰਡ ਹੈਗਾ ਜੀ ਕੋਲਡ ਇੰਟੋਲਰੈਂਸ, ਡਰਾਈ ਸਕਿਨ ਅਤੇ ਡੀਹਾਈਡਰੇਸ਼ਨ। ਤਿੰਨੇ ਹੀ ਆ। ਡਰਾਈ ਸਕਿਨ ਹੋ ਜਾਂਦੀ ਹੈ ਜੀ, ਡੀਹਾਈਡਰੇਟਡ ਹੋ ਜਾਂਦੀ ਹੈ ਬਾਡੀ ਜੀ, ਪਾਣੀ ਦੀ ਕਮੀ ਹੋ ਜਾਂਦੀ ਆ। ਥਰਡ ਹੈਗਾ ਜੀ ਨੋਟਿਸੇਬਲ ਵੇਟ ਲੋਸ, ਕੋਸੇਸ਼ਨ ਆਫ ਮੈਂਸੂਰੇਸ਼ਨ ਸਰਕਲ। ਇਹਦੇ ਵਿੱਚ ਕੀ ਹੁੰਦਾ ਵਾ, ਵੇਟ ਲੋਸ ਹੁੰਦਾ ਵਾ ਬਹੁਤ ਜ਼ਿਆਦਾ ਜੀ, ਅਤੇ ਜਿਹੜੇ ਮੈਂਸੂਰੇਸ਼ਨ ਦਾ ਵੀ ਇੱਕ ਤਰ੍ਹਾਂ ਦਾ ਅੰਤ ਹੋ ਜਾਂਦਾ ਵਾ, ਬੰਦ ਹੋ ਜਾਂਦਾ ਵਾ। ਉਸ ਤੋਂ ਬਾਅਦ ਬੇਟਾ ਜੀ ਅੱਗੇ ਆ ਗਿਆ ਜੀ 4th ਇਨਕਰੀਜ਼ ਇੰਸੀਡੈਂਟ ਆਫ ਸਟ੍ਰੈਸ ਫ੍ਰੈਕਚਰ ਐਂਡ ਐਕਸਟੈਂਡਡ ਹੀਲਿੰਗ ਟਾਈਮ ਫਰੋਮ ਇੰਜਰੀ। ਇਹਦੇ ਵਿੱਚ ਸਟ੍ਰੈਸ ਫ੍ਰੈਕਚਰ ਹੁੰਦਾ ਵਾ, ਇਹ ਤੁਹਾਨੂੰ ਅਗਲੇ ਚੈਪਟਰ ਨੰਬਰ 7 'ਚ ਫ੍ਰੈਕਚਰਸ ਪੜ੍ਹਾਊਂਗਾ ਟੋਟਲ। ਉਹਦੇ ਵਿੱਚ ਇੱਕ ਸਟ੍ਰੈਸ ਫ੍ਰੈਕਚਰ ਹੁੰਦਾ ਵਾ ਜਿਹਦੇ 'ਚ ਜ਼ਿਆਦਾ ਚਾਂਸਿਸ ਵੱਧ ਜਾਂਦੇ ਆ ਹੋਣ ਦੇ ਅਤੇ ਇੰਜਰੀਜ਼ ਜ਼ਿਆਦੀਆਂ ਹੁੰਦੀਆਂ ਨੇ। ਨੰਬਰ 5 ਅਫੈਕਟਡ ਫੀਮੇਲ ਮੇ ਆਲਸੋ ਸਟਰਗਲ ਵਿਦ
ਲੋ ਸੈਲਫ ਸਟੀਮ, ਵਿਦਡਰਾਅਲ ਐਂਡ ਪੋਸੀਬਲ ਡਿਪਰੈਸ਼ਨ। ਇਹਦੇ ਨਾਲ ਕੀ ਹੁੰਦਾ ਵਾ, ਵੂਮਨਸ ਦਾ ਲੋ ਸੈਲਫ ਸਟੀਮ ਘੱਟ ਜਾਂਦਾ ਵਾ ਅਤੇ ਜਿਹੜੀ ਡਿਪਰੈਸ਼ਨ ਦੇ ਵਿੱਚ ਬੰਦਾ ਆ ਸਕਦਾ ਵਾ। ਵਟ ਇਜ਼ ਐਟ ਰਿਸਕ, ਕੋਈ ਵੀ ਅਫੈਕਟਡ ਤੋਂ ਹੋ ਸਕਦਾ ਵਾ, ਪਰ ਵੂਮਨਸ ਐਂਡ ਗਰਲਸ ਜਿਹੜੀਆਂ ਐਕਟੀਵਿਟੀਜ਼ ਵਿੱਚ ਪਾਰਟੀਸਪੇਟ ਕਰਦੀਆਂ ਹਨ ਜੋ ਕਿ ਲੀਨ ਨੂੰ ਐਮਸਾਈਜ਼ ਕਰਦੀਆਂ ਹਨ, ਸਪੈਸ਼ਲੀ ਹਾਈ ਰਿਸਕ 'ਤੇ ਹਨ। ਹੁਣ ਬੇਟਾ ਜਿਹੜੀਆਂ ਗਰਲਸ ਨੂੰ ਹੁੰਦਾ ਵਾ ਅਸੀਂ ਬੋਡੀ ਆਪਣੀ ਪਤਲੀ ਰੱਖਣੀ ਆ, ਲੀਨ ਰੱਖਣੀ ਆ ਬੋਡੀ, ਉਹ ਜ਼ਿਆਦੀਆਂ ਰਿਸਕ 'ਤੇ ਰਹਿੰਦੀਆਂ ਨੇ। ਅੱਗੇ ਆ ਗਿਆ ਜੀ ਪਾਰਟੀਸਪੇਸ਼ਨ ਇਨ ਸਪੋਰਟਸ ਇਨ ਐਮਫਸਾਈਜ਼ ਔਨ ਏ ਲੋ ਬੋਡੀ ਵੇਟ, ਸੱਚ ਸਪੋਰਟਸ ਇਨਕਲੂਡਡ। ਇਹਦੇ ਵਿੱਚ ਪਹਿਲਾਂ ਹੈਗਾ ਜੀ ਸਪੋਰਟਸ ਇਨ ਵਿਚ ਪਰਫੋਰਮੈਂਸ ਇਜ਼ ਸਬਜੈਕਟਿਵਲੀ ਸਕੋਰਡ। ਇਹ 'ਚ ਬੈਲਟ ਡਾਂਸ ਆ ਗਿਆ, ਫਿਗਰ ਆ ਗਈ, ਸਕੇਟਿੰਗ ਐਂਡ ਜਿਮਨਾਸਟਿਕ ਆ ਗਈਆਂ ਜੀ। ਸੈਕਿੰਡ ਇੰਡਿਓਰੈਂਸ ਸਪੋਰਟ ਐਮਫਸਾਈਡ ਏ ਲੋ ਬੋਡੀ ਵੇਟ। ਇਹਦੇ ਵਿੱਚ ਕੀ ਹੁੰਦਾ ਬੇਟਾ, ਡਿਸਟੈਂਸ ਰਨਿੰਗ, ਮਤਲਬ ਕਿ ਜਿਹੜੀਆਂ ਲੰਬੀ ਰੇਸਾਂ ਹੁੰਦੀਆਂ ਜਾਂ ਸਾਈਕਲਿੰਗ, ਉਹਦੇ ਨਾਲ ਹੋ ਸਕਦੀ ਆ। ਥਰਡ ਸਪੋਰਟਸ ਰਿਕੁਆਇਰਿੰਗ ਸ਼ੇਪ ਰਿਵੀਲਿੰਗ ਕਲੋਥ ਫॉर ਕੰਪੀਟੀਸ਼ਨ। ਇਹ ਜਿਹੜੇ ਕਲੋਥ ਹੁੰਦੇ ਆ ਇਹ ਪੈਂਦੇ ਆ ਜੀ ਸਵਿਮਿੰਗ ਦੇ ਵਿੱਚ ਜਾਂ ਡਾਈਵਿੰਗ ਦੇ ਵਿੱਚ। ਨੰਬਰ 4 ਸਪੋਰਟਸ ਯੂਜ਼ਿੰਗ ਵੇਟ ਕੈਟੇਗਰੀ ਫॉर ਪਾਰਟੀਸਪੈਂਟ, ਲਾਈਟ ਵੇਟ, ਰੋਵਿੰਗ, ਜੂਡੋ, ਤਾਈਕਵਾਂਡੋ ਐਕਸੈਕਟਰਾ। ਇਹ ਸਾਰਾ ਕੁਛ ਇਹਦੇ ਵਿੱਚ ਆ ਜਾਂਦਾ ਵਾ। ਅੱਗੇ ਬੇਟਾ ਜੀ ਟ੍ਰੇਡ ਫੈਕਟਰ 1 ਲੋ ਐਨਰਜੀ ਅਵੇਲੇਬਿਲਿਟੀ ਵਿਦ ਔਰ ਵਿਦਾਊਟ ਡਿਸਆਰਡਰ ਈਟਿੰਗ। ਹੁਣ ਇਹਦੇ 'ਚ ਕੀ ਹੁੰਦਾ ਵਾ ਵੀ ਫੀਮੇਲ ਐਥਲੀਟ ਟ੍ਰੇਡ ਵਾਲੀਆਂ ਜ਼ਿਆਦਾਤਰ ਗਰਲਜ਼ ਅਤੇ ਆਪਣੇ ਐਥਲੈਟਿਕ ਪਰਫੋਰਮੈਂਸ ਨੂੰ ਇੰਪਰੂਵ ਕਰਨ ਦੇ ਢੰਗ ਦੇ ਤੌਰ 'ਤੇ ਵੇਟ ਲੂਜ਼ ਦੀ ਟਰਾਈ ਕਰਦੀਆਂ ਹਨ। ਐਥਲੀਟ ਟ੍ਰੇਡ ਦੇ ਨਾਲ ਈਟਿੰਗ ਡਿਸਆਰਡਰ, ਇਨਫ ਕੈਲਰੀ ਨਾ ਲੈਣ ਬਾਰੇ ਸੋਚਦੇ ਹਨ ਕਿ ਵੀ ਫੂਡ ਦੀਆਂ ਕੁਝ ਟਾਈਪ ਤੋਂ ਬਚਣ ਲਈ ਐਨਰਜੀ ਡਿਮਾਂਡਸ ਨੂੰ ਪੂਰਾ ਕਰਨਾ ਨਹੀਂ ਹੈ। ਐਨੋਰੈਕਸੀਆ ਨਰਵੋਸਾ ਔਰ ਬੁਲਿਮੀਆ ਨਰਵੋਸਾ ਵਰਗੀਆਂ ਈਟਿੰਗ ਡਿਸਆਰਡਰ ਲਈ ਬੈਡ ਹੁੰਦਾ ਹੈ। ਹਾਂਜੀ ਬੇਟਾ ਅੱਗੇ ਆ ਗਿਆ ਐਨੋਰੈਕਸੀਆ ਨਰਵੋਸਾ। ਐਨੋਰੈਕਸੀਆ ਨਰਵੋਸਾ ਈਟਿੰਗ ਡਿਸਆਰਡਰ ਦੀ ਇੱਕ ਟਾਈਪ ਹੈ। ਇਹ ਇੱਕ ਸੀਰੀਜ਼ ਐਂਡ ਪੋਟੈਂਸ਼ੀਅਲੀ ਤੌਰ 'ਤੇ ਮੈਂਟਲ ਇਲਨੈਸ, ਈਟਿੰਗ ਡਿਸਆਰਡਰ ਐਂਡ ਬਹੁਤ ਜ਼ਿਆਦਾ ਵੇਟ ਲੋਸ ਦੀ ਵਿਸ਼ੇਸ਼ਤਾ ਹੈ। ਜਿਨ੍ਹਾਂ ਲੋਕਾਂ ਨੂੰ ਐਨੋਰੈਕਸੀਆ ਹੁੰਦਾ ਹੈ ਉਹਨਾਂ ਨੂੰ ਵੇਟ ਗੇਨ ਹੋਣ ਦਾ ਡਰ ਹੁੰਦਾ ਹੈ, ਕਿਉਂਕਿ ਇਹ ਜ਼ਿਆਦਾ ਸੋਚਦੇ ਆ ਮੇਰਾ ਵੇਟ ਗੇਨ ਨਾ ਹੋ ਜਾਵੇ, ਵੱਧ ਨਾ ਜਾਵੇ, ਮੈਂ ਧਿਆਨ ਰੱਖਣਾ, ਜਿਸ ਕਾਰਨ ਉਹ ਬਹੁਤ ਲੋ ਵੇਟ ਬਣਾਈ ਰੱਖਣ ਦੀ ਕੋਸ਼ਿਸ਼ ਕਰਦੇ ਹਨ। ਐਨੋਰੈਕਸੀਆ ਆਮ ਤੌਰ 'ਤੇ ਟੀਨਜ਼ ਈਅਰਸ ਵਿੱਚ ਸ਼ੁਰੂ ਹੁੰਦਾ ਹੈ। ਇਹ ਮੇਲ ਨਾਲੋਂ ਫੀਮੇਲ ਵਿੱਚ ਬਹੁਤ ਜ਼ਿਆਦਾ ਕਾਮਨ ਹੈ। ਬੇਸਿਕ ਟਰੀਟਮੈਂਟ ਵਿੱਚ ਇਫੈਕਟਿਵ ਹੋ ਸਕਦੇ ਹਨ, ਪਰ ਜੇ ਜਲਦੀ ਟਰੀਟਮੈਂਟ ਨਾ ਕੀਤਾ ਜਾਵੇ ਤਾਂ ਐਨੋਰੈਕਸੀਆ ਲਾਈਫ ਥ੍ਰੈਟਨਿੰਗ ਵੀ ਬਣ ਸਕਦਾ ਹੈ। ਐਨੋਰੈਕਸੀਆ ਅਕਸਰ ਦੁਖਦਾਈ ਅਤੇ ਆਮ ਤੌਰ 'ਤੇ ਇਮੋਸ਼ਨਲ ਪ੍ਰੋਬਲਮਸ ਹੁੰਦੀ ਹੈ। ਐਨੋਰੈਕਸੀਆ ਲਾਈਫ ਥ੍ਰੈਟਨਿੰਗ ਕੰਡੀਸ਼ਨਸ ਦੇ ਰਿਜ਼ਲਟ ਵਜੋਂ ਹਾਰਟ ਫੇਲੀਅਰ, ਇਲੈਕਟ੍ਰੋਲਾਈਟਸ ਇੰਬੈਲੈਂਸ ਔਰ ਸੁਸਾਈਡ ਕਾਰਨ ਵੀ ਡੈਥ ਹੋ ਸਕਦੀ ਹੈ। ਕੁਝ ਲੋਕ ਐਨੋਰੈਕਸੀਆ ਇੱਕ ਕ੍ਰੋਨਿਕਲ ਡਿਜ਼ੀਜ਼ ਹੈ ਜੋ ਲਾਈਫ ਟਾਈਮ ਨਾਲ ਰਹਿੰਦੀ ਹੈ। ਇਹਦੇ ਵਿੱਚ ਹੋਰ ਬੇਟਾ ਜਿਹੜੇ ਸਿੰਪਟਮਸ ਹੁੰਦੇ ਆ, ਮੈਂਸੂਰੇਸ਼ਨ ਡਿਸਫੰਕਸ਼ਨ ਹੋ ਜਾਣਾ, ਕੌਂਸਟੀਪੇਸ਼ਨ, ਡਾਇਰੀਆ, ਬਲੋਟਿੰਗ, ਅਨਐਕਸਪੈਕਟਡ ਵੇਟ ਲੂਜ਼, ਮਸਲ ਵੀਕਨੈਸ, ਸਟ੍ਰੈਸ ਫ੍ਰੈਕਚਰ, ਬੋਨ ਵੀਕਨੈਸ, ਓਵਰ ਯੂਜ਼ ਇੰਜਰੀਜ਼, ਐਨਜ਼ਾਈਟੀ ਐਕਸੈਕਟਰਾ ਇਹ 'ਚ ਹੋ ਸਕਦਾ ਵਾ। ਅੱਗੇ ਬੇਟਾ ਇਹਦੇ ਆਗੇ ਜੀ ਟਾਈਪ ਆਫ ਐਨੋਰੈਕਸੀਆ ਨਰਵੋਸਾ। ਇਹਦਾ ਪਹਿਲਾ ਹੈਗਾ ਜੀ ਰਿਸਟ੍ਰਿਕਟਿੰਗ ਟਾਈਪ। ਇਹ ਐਨੋਰੈਕਸੀਆ ਨਰਵੋਸਾ ਦੀ ਸਭ ਤੋਂ ਕਾਮਨ ਜਾਣੀ ਜਾਂਦੀ ਟਾਈਪ ਹੈ, ਜਿਸ ਦੇ ਨਾਲ ਇੱਕ ਵਿਅਕਤੀ ਆਪਣੇ ਫੂਡ ਇਨਟੇਕ 'ਤੇ ਰਿਸਟ੍ਰਿਕਟ ਕਰਦਾ ਹੈ। ਰਿਸਟ੍ਰਿਕਸ਼ਨ ਬਹੁਤ ਸਾਰੇ ਫਾਰਮਸ ਹੋ ਸਕਦੇ ਹਨ। ਸੈਕਿੰਡ ਬੇਟਾ ਇਹਦੇ ਵਿੱਚ ਆ ਗਿਆ ਜੀ ਬਿੰਜ ਈਟਿੰਗ ਔਰ ਪਰਜਿੰਗ ਟਾਈਪ। ਐਨੋਰੈਕਸੀਆ ਦੀ ਇਸ ਟਾਈਪ ਵਿੱਚ ਇੱਕ ਵਿਅਕਤੀ ਆਪਣੇ ਇਨਟੇਕ ਨੂੰ ਰਿਸਟ੍ਰਿਕਟ ਕਰਦਾ ਹੈ, ਪਰ ਕੁਝ ਰਿਸਟ੍ਰਿਕਸ਼ਨ ਦੇ ਦੌਰਾਨ ਵੀ ਵਿਅਕਤੀ ਰੈਗੂਲਰਲੀ ਬਿੰਜ ਈਟਿੰਗ ਔਰ ਪਰਜਿੰਗ ਬਿਹੇਵੀਅਰ ਵਿੱਚ ਰੁੱਝਿਆ ਹੁੰਦਾ ਹੈ, ਜਿਵੇਂ ਕਿ ਸੈਲਫ ਇੰਡਿਊਸਡ ਵੋਮਟਿੰਗ, ਓਵਰ ਐਕਸਰਸਾਈਜ਼ਿੰਗ, ਮਿਸ ਯੂਜ਼ ਆਫ ਲੈਕਸੇਟਿਵਸ। ਇਹ ਸਾਰਾ ਕੁਝ ਇਹਦੇ ਵਿੱਚ ਇਨਵੋਲਵ ਹੁੰਦਾ ਹੈ।
ਨੈਕਸਟ ਆ ਗਿਆ ਬੇਟਾ ਜੀ ਬੁਲੀਮੀਆ ਨਰਵੋਸਾ। ਬੁਲੀਮੀਆ ਇੱਕ ਈਟਿੰਗ ਡਿਸਆਰਡਰ ਹੈ ਜਿਸ ਵਿੱਚ ਵਿਅਕਤੀ ਬਿੰਜ ਐਂਡ ਪਰਜ ਕਰਦਾ ਹੈ। ਵਿਅਕਤੀ ਇੱਕ ਵਾਰ ਅਤੇ ਫਿਰ ਬਹੁਤ ਸਾਰਾ ਫੂਡ ਖਾ ਸਕਦਾ ਹੈ। ਵੋਮਟਿੰਗ ਯੂਜ਼ਿੰਗ ਲੈਕਸੇਟਿਵ ਜਾਂ ਫਿਰ ਕਈ ਵਾਰ ਓਵਰ ਐਕਸਰਸਾਈਜ਼ ਕਰਕੇ ਇਸ ਤੋਂ ਛੁਟਕਾਰਾ ਪਾਉਣ ਦੀ ਕੋਸ਼ਿਸ਼ ਕਰਦਾ ਹੈ, ਜਾਂ ਕਈ ਵਾਰ ਵੂਮਨਸ ਐਂਡ ਮੈਨਸ ਨੂੰ ਅਫੈਕਟ ਕਰਦਾ ਹੈ। ਜਦੋਂ ਬੁਲੀਮੀਆ ਨਾਲ ਜੂਝ ਰਿਹਾ ਹੈ ਤਾਂ ਲਾਈਫ ਵੇਟ ਲੂਜ਼ ਔਰ ਪਤਲੇ ਰਹਿਣ ਦੀਆਂ ਡਿਜ਼ਾਇਰਸ ਐਂਡ ਈਟ ਓਵਰਵਾਲਮਿੰਗ ਕੰਪਲੀਕੇਸ਼ਨਸ ਵਿਚਕਾਰ ਇੱਕ ਕੌਂਸਟੈਂਟ ਬੈਟਲ ਚੱਲਦੀ ਰਹਿੰਦੀ ਹੈ ਅਤੇ ਹਰ ਸਮੇਂ ਇੱਕ ਵਿਅਕਤੀ ਆਪਣੇ ਆਪ ਨੂੰ ਆਊਟ ਆਫ ਕੰਟਰੋਲ ਫੀਲ ਕਰਦਾ ਰਹਿੰਦਾ ਹੈ। ਇਹਦੇ ਬੇਟਾ ਜਿਹੜੇ ਸਿੰਪਟਮਸ ਹੈਗੇ ਆ, ਡੀਹਾਈਡਰੇਸ਼ਨ ਹੋ ਗਿਆ, ਡੈਂਟਲ ਪ੍ਰੋਬਲਮਸ ਹੋ ਗਈਆਂ, ਓਡੀਮਾ ਹੋ ਗਿਆ, ਇਲੈਕਟ੍ਰੋਲਾਈਟ ਅਬਨੋਰਮੈਲਿਟੀਜ਼, ਐਕਸਟ੍ਰੀਮ ਵੇਟ ਫਲਕਚੁਏਸ਼ਨਸ, ਮੈਂਸੂਰਲ ਇਰੈਗੂਲੇਟਰੀ ਵੀਕਨੈਸ, ਕ੍ਰੈਂਪਸ, ਡਿਪਰੈਸ਼ਨ ਐਕਸੈਟਰਾ ਇਹਦੇ ਵਿੱਚ ਸਾਰਾ ਕੁਝ ਹੋ ਸਕਦਾ ਹੈ। ਇਹਦੀ ਜਿਹੜੀ ਪਹਿਲੀ ਟਾਈਪ ਹੈਗੀ ਹੈ ਬੇਟਾ ਪਰਜਿੰਗ ਬੁਲੀਮੀਆ। ਇਸ ਟਾਈਪ ਵਿੱਚ ਬੁਲੀਮੀਆ ਵੋਮਟਿੰਗ ਔਰ ਅਲੈਕਸੇਟਿਵ ਡਿਊਰੇਟਿਕਸ ਔਰ ਐਨੀਮੀਆਸ ਦੀ ਯੂਜ਼ ਨਾਲ ਬੈਂਜਿੰਗ ਦੇ ਇਫੈਕਟ ਦਾ ਮੁਕਾਬਲਾ ਕਰਨ ਦੀ ਵਿਸ਼ੇਸ਼ਤਾ ਹੁੰਦੀ ਹੈ। ਅੱਗੇ ਆ ਗਿਆ ਬੇਟਾ ਜੀ ਸੈਕਿੰਡ ਇਹਦਾ ਹੈ ਨੋਨ ਪਰਜਿੰਗ ਬੁਲੀਮੀਆ। ਨੋਨ ਪਰਜਿੰਗ ਬੁਲੀਮੀਆ ਵਿੱਚ ਬਹੁਤ ਜ਼ਿਆਦਾ ਐਕਸਰਸਾਈਜ਼ ਜਾਂ ਫਾਸਟਿੰਗ ਕਰਦੇ ਸਮੇਂ ਪੀਰੀਅਡ ਨੂੰ ਫੋਲੋ ਕਰਦੇ ਹਨ। ਨੋਨ ਪਰਜਿੰਗ ਬੁਲੀਮੀਆ ਬਿਹੇਵੀਅਰ ਅਨੋਰੈਕਸੀਆ ਬਿਹੇਵੀਅਰ ਦੇ ਸਿਮਿਲਰ ਹੀ ਹੁੰਦਾ ਹੈ। ਅੱਗੇ ਆ ਗਿਆ ਜੀ ਟ੍ਰੇਡ ਫੈਕਟਰ 2 ਮੈਂਸੂਰੇਸ਼ਨ ਡਿਸਫੰਕਸ਼ਨ। ਮੈਂਸੂਰੇਸ਼ਨ ਡਿਸਫੰਕਸ਼ਨ ਫੀਮੇਲ ਐਥਲੀਟ ਟ੍ਰੇਡ ਦੇ ਇੱਕ ਕੰਪੋਨੈਂਟ ਵਿੱਚੋਂ ਇੱਕ ਹੈ ਅਤੇ ਇਹ ਫੀਮੇਲ ਐਥਲੀਟ ਦੀ ਕੁਆਲਿਟੀ ਹੈਲਥ ਦਾ ਇੱਕ ਮਾਰਕਰ ਹੈ। ਇਹ ਫੀਮੇਲ ਐਥਲੀਟਸ ਵਿੱਚ ਕਾਮਨ ਹੈ ਅਤੇ ਅਕਸਰ ਇਗਨੋਰਡ ਕੀਤਾ ਜਾਂਦਾ ਹੈ। ਇਹ ਇੰਪੋਰਟੈਂਟ ਹੈ ਕਿ ਯੰਗ ਫੀਮੇਲ ਐਥਲੀਟ ਨੂੰ ਪ੍ਰੋਬਲਮਸ ਨੂੰ ਅੰਡਰਸਟੈਂਡ ਕਰਨ ਲਈ ਕਾਫੀ ਇਨਫੋਰਮਡ ਕੀਤਾ ਜਾਣਾ ਚਾਹੀਦਾ ਹੈ ਅਤੇ ਮੈਂਸੂਰੇਸ਼ਨ ਡਿਸਆਰਡਰ ਦੇ ਮੈਨੇਜਮੈਂਟ ਦਾ ਪਤਾ ਹੋਣਾ ਚਾਹੀਦਾ ਹੈ। ਜੇ ਪ੍ਰੋਬਲਮਸ ਮੈਨੇਜਮੈਂਟ ਸਮੇਂ ਸਿਰ ਕੀਤਾ ਜਾਂਦਾ ਹੈ ਤਾਂ ਇਹ ਐਥਲੀਟ ਪਰਫਾਰਮੈਂਸ ਨੂੰ ਪੋਜ਼ੀਟਿਵਲੀ ਅਫੈਕਟ ਕਰ ਸਕਦਾ ਹੈ। ਇਰੈਗੂਲਰ ਔਰ ਅਨਟ੍ਰੀਟਡ ਨਾ ਕੀਤੇ ਮੈਂਸੂਰੇਸ਼ਨ ਇਰੈਗੂਲੇਟਰੀਜ਼ ਦਾ ਬੋਨ ਮਿਨਰਲਾਈਜੇਸ਼ਨ ਨੂੰ ਪ੍ਰੋਲੋਂਗ ਇਫੈਕਟ ਪਾ ਸਕਦਾ ਹੈ ਅਤੇ ਟ੍ਰੀਟਮੈਂਟ ਲਾਸਟ ਮੰਥ ਐਂਡ ਈਅਰਸ ਤੱਕ ਹੋ ਸਕਦਾ ਹੈ। ਹੁਣ ਬੇਟਾ ਥਰਡ ਆ ਗਿਆ ਜੀ ਟ੍ਰੇਡ ਫੈਕਟਰ 3 ਲੋ ਬੋਨ ਮਿਨਰਲ ਡੈਂਸਿਟੀ। ਲੋ ਬੋਨ ਮਿਨਰਲ ਡੈਂਸਿਟੀ ਪਹਿਲਾਂ ਕਿਹਾ ਜਾਂਦਾ ਹੈ ਕਿ ਬੋਨ ਡੈਂਸਿਟੀ ਐਂਡ ਇੰਪਰੋਪਰ ਬੋਨ ਫਾਰਮੇਸ਼ਨ ਦੇ ਡਿਕਰੀਜ਼ ਹੋਣ ਕਾਰਨ ਬੋਨਸ ਵੀਕਨੈਸ ਆਸਟੋਪੋਰੋਸਿਸ ਹੋ ਸਕਦਾ ਹੈ। ਲੋ ਬੋਨ ਮਿਨਰਲ ਡੈਂਸਿਟੀ ਦੇ ਇਫੈਕਟ ਵਿੱਚ ਇੰਜਰੀ, ਸਟ੍ਰੈਸ ਫ੍ਰੈਕਚਰ ਐਂਡ ਮੈਨੋਪਾਊਜ਼ ਦੇ ਬਾਅਦ ਛੇਤੀ ਆਸਟੋਪੋਰੋਸਿਸ ਦਾ ਰਿਸਕ ਇਨਕਲੂਡ ਹੁੰਦਾ ਹੈ। ਇਹ ਕੰਡੀਸ਼ਨ ਵੂਮਨ ਐਥਲੀਟ ਦੇ ਕੈਰੀਅਰ ਨੂੰ ਬਰਬਾਦ ਕਰ ਸਕਦੀ ਹੈ ਕਿਉਂਕਿ ਇਹ ਸਟ੍ਰੈਸ ਫ੍ਰੈਕਚਰ ਐਂਡ ਅਦਰ ਇੰਜਰੀਜ਼ ਇਹਦੇ ਨਾਲ ਹੋ ਸਕਦੀਆਂ ਹਨ। ਨੈਕਸਟ ਬੇਟਾ ਹੈਗਾ ਜੀ ਪ੍ਰੀਵੈਂਟਿੰਗ ਦਾ ਫੀਮੇਲ ਐਥਲੀਟ ਟ੍ਰੇਡ। ਕੋਚਿਸ, ਪੇਰੈਂਟਸ, ਐਥਲੈਟਿਕਸ ਐਡਮਿਨਿਸਟ੍ਰੇਸ਼ਨ ਐਂਡ ਹੈਲਥ ਪ੍ਰੋਫੈਸ਼ਨਲ ਦੁਆਰਾ ਬਾਡੀ ਦਾ ਅਨਰੀਅਲਿਸਟਿਕਲੀ ਵੇਟ ਘੱਟ ਕਰਨ ਦੇ ਸਟ੍ਰੈਸ ਨੂੰ ਅਵੋਇਡ ਕਰਨਾ ਚਾਹੀਦਾ ਹੈ। ਆਊਟ ਆਫ ਕੰਪੀਟੀਸ਼ਨ ਵੇਟ ਇਨ ਨੂੰ ਡਿਸਕਰੇਜ ਕੀਤਾ ਜਾਣਾ ਚਾਹੀਦਾ ਹੈ। ਐਥਲੀਟਸ ਐਂਡ ਕੋਚ ਨੂੰ ਈਟਿੰਗ ਡਿਸਆਰਡਰ ਦੇ ਵਾਰਨਿੰਗ ਸਾਈਨਸ ਦੀ ਭਾਲ ਕਰਨ ਲਈ ਇਨਕਰੇਜ ਕੀਤਾ ਜਾਣਾ ਚਾਹੀਦਾ ਹੈ। ਅੱਗੇ ਹੈਗਾ ਜੀ ਅਰਲੀ ਰੈਕੋਗਨਾਈਜ਼ਡ ਐਂਡ ਟ੍ਰੀਟਮੈਂਟ। ਹਾਲਾਂਕਿ ਡਿਸਆਰਡਰ ਈਟਿੰਗ ਵਾਲੇ ਵਿਅਕਤੀਆਂ ਔਰ ਨਿਊਟ੍ਰੀਸ਼ਨਲ ਔਰ ਹੈਲਥ ਪ੍ਰੋਬਲਮਸ ਤੋਂ ਇਨਕਾਰ ਕਰ ਸਕਦੇ ਹਨ ਅਤੇ ਕੇਅਰ ਕਰਨ ਤੋਂ ਝਿਜਕਦੇ ਹਨ। ਮੈਡੀਕਲ ਕੇਅਰ ਲਾਜ਼ਮੀ ਹੈ। ਇੱਕ ਐਥਲੀਟ ਨੂੰ ਯਾਦ ਦਿਵਾਉਣਾ ਚਾਹੀਦਾ ਹੈ ਕਿ ਮੈਡੀਕਲ ਕੇਅਰ ਐਂਡ ਪ੍ਰੋਪਰ ਨਿਊਟ੍ਰੀਸ਼ਨ ਪਰਫਾਰਮੈਂਸ ਵਿੱਚ ਵਾਧਾ ਕਰਦਾ ਹੈ। ਈਟਿੰਗ ਡਿਸਆਰਡਰ ਔਰ ਐਨੋਰੈਕਸੀਆ ਦਾ ਸਸਪੈਕਟਡ ਹੈ ਤਾਂ ਇਨਵੋਲਵ ਵਿਅਕਤੀ ਨੂੰ ਸਟਰੋਂਗਲੀ ਇਨਕਰੇਜ ਕਰਨਾ ਚਾਹੀਦਾ ਹੈ ਔਰ ਡਾਕਟਰੀ ਹੈਲਪ ਲੈਣ ਦੀ ਜ਼ਰੂਰਤ ਦੇਣੀ ਚਾਹੀਦੀ ਹੈ। ਫੀਮੇਲ ਐਥਲੀਟ ਟ੍ਰੇਡ ਦਾ ਟ੍ਰੀਟਮੈਂਟ ਟੀਮ ਵਿੱਚ ਇੱਕ ਮੈਡੀਕਲ ਫਿਜ਼ੀਸ਼ੀਅਨ, ਇੱਕ ਨਿਊਟ੍ਰੀਸ਼ਨ, ਇੱਕ ਐਥਲੈਟਿਕ ਟ੍ਰੇਨਰ, ਇੱਕ ਕੋਚ ਅਤੇ ਇੱਕ ਸਾਈਕੋਲੋਜਿਸਟ ਦਾ ਹੋਣਾ ਬਹੁਤ ਜ਼ਰੂਰੀ ਹੁੰਦਾ ਹੈ। ਇਹ ਤਾਂ ਬੇਟਾ ਆਪਣਾ ਚੈਪਟਰ ਨੰਬਰ 5 ਖਤਮ ਹੋ ਗਿਆ ਜੀ। ਥੈਂਕ ਯੂ ਵੈਰੀ ਮੱਚ।